ਗੱਲ ਕਰਾਂਗੇ ਇਸ ਵੇਲੇ ਕਿਸਾਨਾਂ ਦੀ ਤੇ ਫਿਲਹਾਲ ਦੱਸ ਦਈਏ ਕਿ ਇੱਕ ਵੱਡਾ ਬਿਆਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਵੱਡੀ ਖਬਰ ਹੈ। ਕਿਸਾਨਾਂ ਦੇ ਸੰਬੰਧਿਤ ਕਿਸਾਨਾਂ ਨੂੰ ਲੈ ਕੇ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾ ਔਰ ਕੇਂਦਰੀ ਮੰਤਰੀ ਅਗਰ ਬਿਆਨ ਦੇ ਰਹੇ ਨੇ ਤਾਂ ਇਸ ਦਾ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ, ਯਾਨੀ ਕਿ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ। ਸੋ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਵੱਡਾ ਬਿਆਨ ਸਾਹਮਣੇ ਆਇਆ। ਕਿਸਾਨਾਂ ਨੂੰ ਐਮਐਸਪੀ ਸਰਕਾਰਾਂ ਦੀ ਸਿਆਸੀ ਮਜਬੂਰੀ ਹੈ। ਕੌਮਾਂਤਰੀ ਭਾਅ ਐਮਐਸਪੀ ਤੋਂ ਵੀ ਵੱਧ ਤੋਂ ਵੀ ਘੱਟ, ਕੌਮਾਂਤਰੀ ਭਾਅ ਐਮਐਸਪੀ ਤੋਂ ਵੀ ਘੱਟ ਨੇ। ਐਮਐਸਪੀ ਰਾਹੀਂ ਸਰਕਾਰਾਂ ਨੂੰ ਹੁੰਦਾ ਹੈ ਨੁਕਸਾਨ। ਇਹ ਬਿਆਨ ਸਾਹਮਣੇ ਆਇਆ। ਸਾਡੇ ਕੋਲ ਲੋੜ ਤੋਂ ਜ਼ਿਆਦਾ ਕਣਕ ਤੇ ਝੋਨਾ। ਇਸ ਬਿਆਨ ਦੇ ਬਹੁਤ ਸਾਰੇ ਮਾਇਨੇ ਨਿਕਲਦੇ ਨੇ ਅਗਰ ਇਸ ਬਿਆਨ ਤੇ ਗੌਰ ਫਰਮਾਈ ਜਾਵੇ। ਐਮਐਸਪੀ ਨੂੰ ਲੈ ਕੇ ਲਗਾਤਾਰ ਕਿਸਾਨ ਇਹ ਸ਼ਿਕਾਇਤ ਕਰਦੇ ਨੇ ਕਿ ਸਾਨੂੰ ਸਰਕਾਰ ਬਣਦਾ ਹੱਕ ਉਹਨਾਂ ਦੇ ਫਸਲਾਂ ਦੇ ਮੁੱਲ ਨਹੀਂ ਦੇ ਰਹੀ, ਯਾਨੀ ਕਿ ਜੋ ਵਾਅਦੇ ਪਿੱਛੇ ਜੇ ਕੀਤੇ ਗਏ ਸੀ ਉਹਨਾਂ ਨੂੰ ਵੀ ਮਜ਼ਾਕ ਦੱਸਿਆ ਸੀ, ਕੋਝਾ ਮਜ਼ਾਕ ਕਿਸਾਨਾਂ ਨੇ। ਔਰ ਹੁਣ ਅਗਰ ਨਿਤਿਨ ਗਡਕਰੀ ਹੋਰਾਂ ਦੇ ਇਸ ਵੱਡੇ ਬਿਆਨ ਦੀ ਇੱਕ ਤਰ੍ਹਾਂ ਨਾਲ ਗੱਲ ਕਰਦੇ ਹਾਂ, ਇਸ ਦੇ ਵਿੱਚ ਬਹੁਤ ਕੁਝ ਸਾਹਮਣੇ ਆ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਐਮਐਸਪੀ ਸਰਕਾਰਾਂ ਦੀ ਸਿਆਸੀ ਮਜਬੂਰੀ ਹੈ। ਇੱਕ ਵਾਰ ਬਿਆਨ ਸੁਣ ਲੈਣੇ ਆ, ਉਸ ਤੋਂ ਬਾਅਦ ਅੱਗੇ ਦੀ ਚਰਚਾ ਜਾਰੀ ਰਹੇਗੀ। Particularly agriculture area, there are also some serious problems we are facing. We have surplus rice, surplus wheat. Even next 3 years, up to 3 years, our storage of rice, we don't have place for storage of rice now. It is totally full. Even the wheat, rice, we are surplus for 3 years. And for sugar also there is surplus. That is a big problem, and we are giving subsidy to export sugar from our country, and for this year for 60 lakh ton of sugar export, government is giving subsidy of 6,000 crore for that. The most important problem in this sector is the international price for agriculture commodities, and exactly the price in the market price and the MSP, there is a vast difference. Now there are a lot of problems, some political problems are also there. It is very difficult for government to take the decisions, but the ground reality is that our MSP is higher than the market price and international price. So this is now going to create a big economic crisis for the country. We need to find out some options, some alternatives for that. And without that resolving the issue in agriculture, we cannot accelerate our economy, because maximum purchasing power where we need to increase the potential is agriculture. Particularly ਸੋ ਮਸਲਾ ਗੰਭੀਰ ਹੈਗਾ ਔਰ ਬਿਆਨ ਸੁਣਨ ਤੋਂ ਬਾਅਦ ਤਾਂ ਵਾਕਈ ਲੱਗਦਾ ਹੈ, ਕਿਉਂਕਿ ਜੋ ਸਰਕਾਰ ਯਾਨੀ ਕਿ ਕੇਂਦਰੀ ਮੰਤਰੀ ਕਹਿ ਰਹੇ ਨੇ ਉਹ ਕਾਫੀ ਅਹਿਮ ਹੈ, ਖਾਸ ਤੌਰ ਤੇ ਕਿਸਾਨਾਂ ਦੇ ਲਈ। ਕੌਮਾਂਤਰੀ ਭਾਅ ਐਮਐਸਪੀ ਤੋਂ ਵੀ ਘੱਟ ਹੈ, ਯਾਨੀ ਕਿ ਐਮਐਸਪੀ ਰਾਹੀਂ ਸਰਕਾਰਾਂ ਨੂੰ ਨੁਕਸਾਨ ਹੁੰਦਾ ਹੈ। ਸੋ ਲੱਗ ਰਿਹਾ ਹੈ ਸਰਕਾਰ ਦਾ ਮੂਡ ਜਿਹੜਾ ਹੈ ਉਹ ਐਮਐਸਪੀ ਨੂੰ ਲੈ ਕੇ ਬਣਦਾ ਹੋਇਆ ਨਜ਼ਰ ਆ ਰਿਹਾ ਹੈ, ਔਰ ਇਹ ਜ਼ਿਆਦਾ ਲੱਗ ਰਹੀ ਹੈ ਸਰਕਾਰ ਨੂੰ। ਕਿਸਾਨਾਂ ਨੂੰ ਘੱਟ ਲੱਗਦੀ ਹੈ। ਕਿਸਾਨਾਂ ਦਾ ਕਹਿਣਾ ਹੈ ਸਵਾਮੀਨਾਥਨ ਰਿਪੋਰਟ ਲਾਗੂ ਕਰੋ, ਯਾਨੀ ਕਿ ਰੇਟ ਜਿਹੜੇ ਨੇ ਉਹਨਾਂ ਨੂੰ ਵਧਾਇਆ ਜਾਵੇ ਕਾਫੀ ਜ਼ਿਆਦਾ, ਤਾਂ ਕਿ ਆਮਦਨ ਜਿਹੜੀ ਹੈ ਉਹਨਾਂ ਦੀ ਹੋ ਸਕੇ। ਔਰ ਸਭ ਤੋਂ ਵੱਡੀ ਗੱਲ, ਅਗਰ ਕੇਂਦਰ ਦੀ ਗੱਲ ਕਰਦੇ ਹਾਂ, ਉਹਨਾਂ ਦਾ ਕਹਿਣਾ ਹੈ ਕਿ ਦੁੱਗਣੀ ਹੋਏਗੀ, ਪਰ ਦੁੱਗਣੀ ਕਿਸ ਤਰ੍ਹਾਂ ਦੇ ਨਾਲ ਹੋਏਗੀ। ਸੋ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਸਾਡੇ ਨਾਲ ਮੌਜੂਦ ਨੇ। ਸਵਾਗਤ ਹੈ ਬਾਜਵਾ ਸਾਹਿਬ ਤੁਹਾਡਾ। ਕੀ ਕੁਝ ਕਹੋਗੇ ਸਭ ਤੋਂ ਪਹਿਲਾਂ, ਕਿਉਂਕਿ ਜੋ ਇਹ ਬਿਆਨ ਸੈਂਟਰ ਦੇ ਵੱਲੋਂ ਸਾਹਮਣੇ ਆਇਆ? ਦੇਖੋ, ਬੜਾ ਬਦਕਿਸਮਤੀ ਵਾਲਾ ਬਿਆਨ ਹੈ ਗਡਕਰੀ ਦਾ। ਜਿਹੜਾ ਬਿਆਨ ਹੈ ਤੇ ਪੰਜਾਬ ਦੀ ਕਿਸਾਨੀ ਨੂੰ ਬਿਲਕੁਲ ਤਬਾਹ ਕਰ ਦੇਣਾ ਜੀ। ਜਦੋਂ ਅਨਾਜ ਨਹੀਂ ਸੀ ਮੁਲਕ ਚ, ਉਦੋਂ ਤੇ ਕਹਿੰਦੇ ਸੀ ਵੀ ਪੰਜਾਬ ਦਾ ਕਿਸਾਨ ਅੰਨਦਾਤਾ ਸਾਡਾ, ਤੇ ਹੁਣ ਕਹਿੰਦੇ ਵੀ ਐਮਐਸਪੀ ਬੜੀ ਮਾੜੀ ਚੀਜ਼ ਹੈ ਜੀ।
ਗੱਲ ਹੈ ਵੀ ਮੇਰਾ MSP ਦੀ ਲੋੜ ਨਹੀਂ ਕਿਸਾਨ ਨੂੰ, ਕਿਸਾਨ ਦਾ ਇੱਕ ਇੱਕ ਦਾਣਾ ਮੰਡੀਆਂ 'ਚੋਂ MSP ਦੇ ਰੇਟ ਤੇ ਚੁੱਕਿਆ ਜਾਣਾ ਚਾਹੀਦਾ, ਇਹ ਗਰੰਟੀ ਚਾਹੀਦੀ ਆ ਜੀ। ਪਰ ਸੈਂਟਰ ਸਰਕਾਰ ਕੁਝ ਹੋਰ ਸੋਚ ਰਹੀ ਹੈ। ਉਹ ਜੋ ਸ਼ਾਂਤਾ ਕੁਮਾਰ ਕਮੇਟੀ ਬਣੀ ਸੀ ਉਹਦੀਆਂ ਰਿਕਮੈਂਡੇਸ਼ਨ ਨੂੰ ਜਿਹੜਾ ਲਾਗੂ ਕਰਨ ਵਾਲੇ ਪਾਸੇ ਪਈ ਆ, ਜਿਹੜਾ ਕਿਸਾਨੀ ਲਈ ਇੱਕ ਬਹੁਤ ਮਾੜਾ ਕਦਮ ਹੋਏਗਾ ਜੀ। ਉਹ ਸਟੇਟਾਂ ਦੀ ਆਟੋਨਮੀ ਖਤਮ ਕਰਨ ਵਾਲੇ ਪਾਸੇ ਪੈ ਗਏ ਨੇ ਜਿਹੜੇ ਨਵੇਂ ਸਾਡੇ ਦਿੱਲੀ 'ਚ ਬੈਠੇ ਆਕਾ ਨੇ। ਜੀ ਗਲਤ ਪਾਸੇ ਨੂੰ ਮੁਲਕ ਜਾ ਰਿਹਾ, ਗਲਤ ਪਾਸੇ ਨੂੰ ਸੋਚ ਜਾ ਰਹੀ ਹੈ। ਪੰਜਾਬ ਦੀ ਕਿਸਾਨੀ ਲਈ ਬੜੇ ਮਾੜਾ ਸਮਾਂ ਆਊਗਾ। ਇੱਕ ਖਾਸ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਗਡਕਰੀ ਜੀ, ਉਹਨਾਂ ਦਾ ਕਹਿਣਾ ਸਿਆਸੀ ਮਜਬੂਰੀ ਹੈ ਇੱਕ। ਕੀ ਲੱਗਦਾ ਹੈ, ਯਾਨੀ ਕਿ ਕਿਹਾ ਜਾ ਰਿਹਾ ਸੀ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋਏਗੀ ਔਰ ਖਾਸ ਤੌਰ ਤੇ ਤਾਂ ਪਹਿਲੀ ਦੁਗਣੀ ਜਿਹੜੀ ਕਹਿੰਦੇ ਆਮਦਨ ਦੁਗਣੀ ਹੋਏਗੀ, ਇਹ ਤੇ ਦੁਗਣੀ ਛੱਡੋ ਆਮਦਨ ਖੋਜ ਲੈਣ ਲੱਗੇ ਨੇ ਜੀ। ਇਹਦਾ ਭੁੱਖਿਆ ਮਾਰ ਦੇਣਗੇ ਕਿਸਾਨ ਨੂੰ, ਮੰਗਤਾ ਬਣਾ ਦੇਣਗੇ। ਕਿਸ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ, ਕਿਉਂਕਿ ਪਤਾ ਕੀ ਸਿਆਸੀ ਮਜਬੂਰੀ ਇਹਨਾਂ ਵਾਸਤੇ ਜੀ, ਸੋ ਬਦਕਿਸਮਤੀ ਹੈ। ਅਗਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਗੱਲ ਕਰੀਏ ਤਾਂ ਬਾਜਵਾ ਸਾਹਿਬ ਉਹਨਾਂ ਨੇ ਤਾਂ ਕਹਿ ਦਿੱਤਾ ਕਿ ਕਿਸੇ ਤਰ੍ਹਾਂ ਦੇ ਨਾਲ ਵੀ ਨੁਕਸਾਨ ਨਹੀਂ ਹੋਏਗਾ ਕਿਸਾਨਾਂ ਦਾ। ਹੁਣ ਜੋ ਸਰਕਾਰ ਦਾ ਮੂਡ ਲੱਗ ਰਿਹਾ ਹੈ, ਕੈਪਟਨ ਸਾਹਿਬ ਦੀ ਸੋਚ ਨਾਲ ਖਲੋਤੇ ਆ, ਕੈਪਟਨ ਸਾਹਿਬ ਨਾਲ ਖਲੋਤੇ, ਉਹਨਾਂ ਠੀਕ ਆਖਿਆ ਜੋ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੁੜਨ ਦੇ ਲਈ। ਸੋ ਦੱਸ ਦਈਏ ਕਿ MSP ਦੇ ਰਾਹੀਂ ਸਰਕਾਰ ਜਿਹੜੀ ਹੈ ਉਹਨੂੰ ਨੁਕਸਾਨ ਹੁੰਦਾ ਹੈ, ਇਹ ਕਿਹਾ ਜਾ ਰਿਹਾ। ਔਰ ਸਭ ਤੋਂ ਵੱਡੀ ਗੱਲ, ਇੱਕ ਸਿਆਸੀ ਮਜਬੂਰੀ ਕਰਾਰ ਦਿੱਤਾ, ਸਿਆਸੀ ਮਜਬੂਰੀ ਕਰਾਰ ਦਿੱਤਾ ਹੈ ਔਰ ਇਹ ਬਿਆਨ ਨੂੰ ਬੇਹੱਦ ਹੀ ਜ਼ਿਆਦਾ ਕਿਸਾਨਾਂ ਦੇ ਲਈ ਨੁਕਸਾਨਦੇਹ ਨਜ਼ਰ ਆ ਰਿਹਾ। ਸੋ MSP ਨੂੰ ਲੈ ਕੇ ਹੁਣ ਸਿਆਸਤ ਭਗਦੀ ਹੋਈ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਬਿਆਨ ਸਾਹਮਣੇ ਆ ਰਹੇ ਨੇ ਔਰ ਆਮ ਆਦਮੀ ਪਾਰਟੀ ਦੇ ਆਗੂ ਦੇ ਵੱਲੋਂ ਯਾਨੀ ਕਿ ਵਿਧਾਇਕ ਅਮਨ ਅਰੋੜਾ ਵੀ ਨਿਸ਼ਾਨੇ ਸਾਧੇ ਨਜ਼ਰ ਆ ਰਹੇ ਨੇ। ਆਪ ਆਗੂ ਅਮਨ ਅਰੋੜਾ ਨੇ ਸ਼੍ਰੋਮਣੀ ਅਕਾਲੀ ਦਲ BJP ਤੇ ਨਿਸ਼ਾਨੇ ਸਾਧੇ ਨੇ। MSP ਦੇ ਮੁੱਦੇ ਤੇ ਸਿਆਸਤ ਭਖਦੀ ਹੋਈ ਹੁਣ ਨਜ਼ਰ ਆ ਰਹੀ ਹੈ। MSP ਦਾ ਮਸਲਾ ਬੇहद ਹੀ ਗੰਭੀਰ ਹੈ। ਜੋ ਕਿ ਕਿਸਾਨਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਇਹੀ ਕਹਿਣਾ ਕਿ ਪਹਿਲਾਂ ਹੀ ਸਾਡੇ MSP ਦੇ ਭਾਅ ਘੱਟ ਨੇ ਔਰ ਜੋ ਸਾਨੂੰ ਵਧਾਵਾ ਦਿੱਤਾ ਜਾਂਦਾ ਬਹੁਤ ਥੋੜਾ ਹੈ। ਔਰ ਹੁਣ ਅਗਰ ਸਰਕਾਰ ਦੀ ਗੱਲ ਕਰਦੇ ਇੱਕ ਵੱਖਰਾ ਹੀ ਬਿਆਨ ਸਾਹਮਣੇ ਆਇਆ। ਸੋ ਜਿਸ ਨੂੰ ਲੈ ਕੇ ਫਿਲਹਾਲ ਅਮਨ ਅਰੋੜਾ ਨਿਸ਼ਾਨੇ ਸਾਧੇ ਹੋਏ ਨਜ਼ਰ ਆ ਰਹੇ ਨੇ। ਕਿਸਾਨਾਂ ਦੇ ਹਿੱਤਾਂ ਦੇ ਲਈ ਕੀ ਕਰ ਰਿਹਾ ਅਕਾਲੀ ਦਲ? ਅਮਨ ਅਰੋੜਾ ਦਾ ਕਹਿਣਾ ਕਿਸਾਨਾਂ ਨੂੰ ਅਕਾਲੀ ਦਲ ਨੇ ਗੁੰਮਰਾਹ ਕੀਤਾ। ਸੋ ਗੁੰਮਰਾਹ ਦੇ ਇਲਜ਼ਾਮ ਲੱਗੇ ਨੇ। ਕਿਸਾਨ ਔਰ ਕਿਸਾਨੀ ਮਾਹਰ ਨੇ ਜਿਹੜੇ ਉਹ ਲੰਮੇ ਸਮੇਂ ਤੋਂ ਕਹਿੰਦੇ ਆ ਰਹੇ ਨੇ ਕਿ ਕੇਂਦਰ ਸਰਕਾਰ ਹੈ ਜਿਹੜੀ ਉਹ MSP ਤੋੜਨ ਵਾਲੇ ਪਾਸੇ ਚੱਲ ਰਹੀ ਹੈ। ਚਾਹੇ ਉਹ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਦੀ ਗੱਲ ਹੋਵੇ ਔਰ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਨੇ ਹੁਣ ਪਿਛਲੇ ਦਿਨਾਂ ਦੇ ਵਿੱਚ 3 ਆਰਡੀਨੈਂਸ ਲੈ ਕੇ ਆਉਂਦੇ ਨੇ, ਜਿਹੜਾ ਕਿ ਸਪਸ਼ਟ ਉਸ ਪਾਸੇ ਵੱਲ ਜਾ ਰਿਹਾ ਸੀ ਕਿ ਇਹ ਕੇਂਦਰ ਸਰਕਾਰ ਹੈ ਜਿਹੜੀ ਉਹ MSP ਤੋੜਨ ਜਾ ਰਹੀ ਹੈ। ਪਰ ਅਕਾਲੀ ਦਲ ਔਰ ਭਾਜਪਾ ਦੇ ਪੰਜਾਬ ਦੇ ਲੀਡਰ ਨੇ ਜਿਹੜੇ ਉਹ ਉਸ ਨੂੰ ਸਿਰੇ ਤੋਂ ਨਕਾਰ ਰਹੇ ਸੀਗੇ, ਮੁਨਕਰ ਹੋ ਰਹੇ ਸੀਗੇ। ਪਰ ਜਿਸ ਤਰੀਕੇ ਦੇ ਨਾਲ ਨਿਤਿਨ ਗਡਕਰੀ ਜੀ ਨੇ ਕੱਲ ਇੱਕ ਬਹੁਤ ਅਹਿਮ ਮੀਟਿੰਗ ਦੇ ਵਿੱਚ ਇਹ ਖੁਲਾਸਾ ਕੀਤਾ ਹੈ ਕਿ ਦੇਸ਼ ਦੇ ਅਰਥਚਾਰੇ ਨੂੰ MSP ਬਹੁਤ ਵੱਡੀ ਢਾਲ ਆ ਰਹੀ ਹੈ, ਕਿਉਂਕਿ ਖੇਤੀ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਡੋਮੈਸਟਿਕ ਔਰ ਇੰਟਰਨੈਸ਼ਨਲ ਪ੍ਰਾਈਸ ਦੇ ਹਿਸਾਬ ਨਾਲ ਬਹੁਤ ਮਹਿੰਗੀਆਂ ਨੇ ਤੇ ਇਸ ਨੂੰ ਮੁਲਕ ਸਸਟੇਨ ਨਹੀਂ ਕਰ ਸਕੇਗਾ। ਮੈਂ ਸਮਝਦਾ ਕਿ ਇਸ ਦੇ ਨਾਲ ਬਿੱਲੀ ਹੈ ਜਿਹੜੀ ਉਹ BJP ਦੀ ਔਰ ਅਕਾਲੀ ਦਲ ਦੀ ਉਹ ਥੈਲੇ ਚੋਂ ਬਾਹਰ ਆ ਚੁੱਕੀ ਹੈ। ਹੁਣ ਇਹ ਸੋ ਕਾਲਡ ਅਖੌਤੀ ਕਿਸਾਨ ਹਿਤੈਸ਼ੀ ਅਕਾਲੀ ਦਲ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਉਹ ਕਿਸਾਨਾਂ ਦੇ ਲਈ ਹਾਂ ਦਾ ਨਾਰਾ ਮਾਰਦੇ ਲਈ, ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਦੇ ਲਈ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਦੇ ਨੇ ਜਾਂ ਬੀਬੀ ਹਰਸਿਮਰਤ ਕੌਰ ਬਾਦਲ ਜੀ ਦੇ ਇੱਕ ਵਜ਼ਾਰਤ ਦੇ ਲਈ ਉਹ ਕੇਂਦਰ ਦੇ ਨਾਲ ਖੜਦੇ ਨੇ, BJP ਦੇ ਨਾਲ ਖੜਦੇ ਨੇ। ਇਹ ਅੱਜ ਮੈਂ ਸਮਝਦਾ ਕਿ ਕੱਲਾ ਕਿਸਾਨ ਹੈ ਜਿਹੜਾ ਉਹ ਅਕਾਲੀ ਦਲ ਤੋਂ ਜਾਣਨਾ ਚਾਹੁੰਦਾ ਹੈ, ਕਿਉਂਕਿ ਲੰਮੇ ਸਮੇਂ ਤੋਂ ਇਹ ਕਿਸਾਨਾਂ ਨੂੰ ਗੁੰਮਰਾਹ ਕਰਦੇ ਆ ਰਹੇ ਨੇ। ਪਰ ਨਿਤਿਨ ਗਡਕਰੀ ਦਾ ਇਹ ਕਹਿਣਾ ਮੈਂ ਸਮਝਦਾ ਕਿ ਹੁਣ ਅਕਾਲੀ ਦਲ ਨੂੰ ਆਪਦਾ ਸਟੈਂਡ ਹੈ ਜਿਹੜਾ ਉਹ ਸਪਸ਼ਟ ਕਰਨਾ ਪਏਗਾ ਕਿ ਉਹ ਪੰਜਾਬ ਦੇ ਕਿਸਾਨਾਂ ਨਾਲ ਨੇ, ਪੰਜਾਬ ਦੇ ਹਿੱਤਾਂ ਨਾਲ ਨੇ ਜਾਂ ਸਿਰਫ ਔਰ ਸਿਰਫ ਬਾਦਲ ਪਰਿਵਾਰ ਆਪਣੇ ਔਰ ਆਪਣੀ ਨੂੰਹ ਰਾਣੀ ਹਰਸਿਮਰਤ ਕੌਰ ਬਾਦਲ ਦੀ ਵਜ਼ਾਰਤ ਦੇ ਹਿੱਤਾਂ ਦੇ ਨਾਲ ਨੇ। ਦੇਖੋ ਜੋ ਗੱਲ ਤੇ ਹੁਣ ਸਿਆਸਤ ਪੱਖ ਰਹੀ ਹੈ। ਸੋ ਸਾਡੇ ਨਾਲ ਫੋਨ ਲਾਈਨ ਤੇ ਬਲਵੀਰ ਸਿੰਘ ਰਾਜੇਵਾਲ ਹੋਣੀ ਮੌਜੂਦ ਨੇ ਜੋ ਕਿ ਸੀਨੀਅਰ ਕਿਸਾਨ ਆਗੂ ਨੇ। ਰਾਜੇਵਾਲ ਸਵਾਗਤ ਹੈ ਤੁਹਾਡਾ ਲਿਵਿੰਗ ਇੰਡੀਆ ਤੇ। ਸਭ ਤੋਂ ਪਹਿਲਾਂ ਜੋ ਬਿਆਨ ਗਡਕਰੀ ਸਾਹਿਬ ਨੇ ਦਿੱਤਾ ਗਿਆ ਥੋੜਾ ਜਿਹਾ ਤੁਹਾਡੇ ਤੋਂ ਉਹਨਾਂ ਨੂੰ ਸਮਝਣਾ ਚਾਹਾਂਗੀ, ਕਿਉਂਕਿ ਉਹ ਕਹਿ ਰਹੇ ਨੇ ਸਾਡੇ ਕੋਲ 3 ਸਾਲ ਦਾ ਸਟਾਕ ਪਿਆ
ਬੇਸ਼ੱਕ ਉਹ ਕਣਕ ਹੋਵੇ, ਝੋਨਾ ਹੋਵੇ ਜਾਂ ਚੀਨੀ ਹੋਵੇ। ਚੀਨੀ ਦਾ ਤਾਂ ਅਸੀਂ ਇਹਦਾ ਹੈ ਕਿ ਸਬਸਿਡੀ ਆਪਣੇ ਆਪ ਦੇਣੀ ਪੈ ਰਹੀ ਹੈ। ਅਸਲੀਅਤ ਦੇ ਵਿੱਚ ਅਜਿਹਾ ਹੀ ਹੈ ਕੁਝ, ਔਰ ਉਸ ਤੋਂ ਬਾਅਦ ਫਿਰ ਤੁਹਾਡਾ ਪੱਖ ਵੀ ਜਾਣਾਂਗੇ। ਤੁਹਾਡੇ ਤੱਕ ਆਵਾਜ਼ ਪਹੁੰਚ ਰਹੀ ਹੈ? ਹਾਂਜੀ ਹਾਂਜੀ ਜੀ, ਤੁਹਾਡੇ ਤੋਂ ਜਾਨਣਾ ਚਾਹਾਂਗੇ ਜੋ ਗੜਕਰੀ ਸਾਹਿਬ ਦਾ ਬਿਆਨ ਆਇਆ ਹੈ ਉਸ ਤੇ ਤੁਹਾਡਾ ਕੀ ਪੱਖ ਹੈਗਾ, ਔਰ ਜੋ ਅੰਕੜੇ ਉਹਨਾਂ ਨੇ ਕਿਹਾ ਕਿ 3 ਸਾਲ ਦਾ ਸਾਡੇ ਕੋਲ ਸਟਾਕ ਪਿਆ ਹੈਗਾ, ਬੇਸ਼ੱਕ ਉਹ ਕਣਕ ਹੋਵੇ ਜਾਂ ਫਿਰ ਚੌਲ ਹੋਣ। ਦੇਖੋ ਜੀ, ਇੱਕ ਤਾਂ ਗੱਲ ਬੜੀ ਸਪਸ਼ਟ ਹੈ ਵੀ ਬੀਜੇਪੀ ਵਾਲਿਆਂ ਦਾ ਮੁੱਢਲਾ ਖਾਸਾ ਵੀ ਉਹ ਰੱਜ ਕੇ ਝੂਠ ਬੋਲਦੇ ਨੇ। ਜੇ ਪ੍ਰਧਾਨ ਮੰਤਰੀ ਝੂਠ ਬੋਲੀ ਜਾਂਦਾ ਤਾਂ ਬਾਕੀ ਦਿਨ ਝੂਠ ਮਾਫ ਹੈ। ਤੇ ਜਦੋਂ ਪ੍ਰਧਾਨ ਮੰਤਰੀ ਇਹ ਕਹਿੰਦਾ ਹੈ ਵੀ ਅਸੀਂ ਆ ਜਿਹੜਾ ਨਵਾਂ ਕਾਨੂੰਨ ਬਣਾਇਆ ਇਹਦੇ ਨਾਲ ਸਾਰੇ ਦੇਸ਼ ਦੀ ਮਾਰਕੀਟ ਖੋਲਤੀ ਕਿਸਾਨਾਂ ਨੂੰ, ਜਦਕਿ 1976 ਚ ਪੰਜਾਬ ਹਰਿਆਣਾ ਹਾਈ ਕੋਰਟ ਦਾ ਇੱਕ ਫੈਸਲਾ ਆਇਆ ਹੋਇਆ, ਉਹ ਤੋਂ ਬਾਅਦ ਕਦੀ ਕੋਈ ਪਾਬੰਦੀ ਨਹੀਂ ਲੱਗੀ ਕਿਸਾਨਾਂ ਦੇ ਹੱਕ ਚ। ਉਦੋਂ ਫੈਸਲਾ ਆ ਗਿਆ ਸੀ, ਕੋਈ ਕਦੀ ਪਾਬੰਦੀ ਨਹੀਂ ਲੱਗੀ। ਪੰਜਾਬ ਦੇ ਤੇ ਦੂਜੇ ਸੂਬਿਆਂ ਦੇ ਕਿਸਾਨ ਇੱਕ ਦੂਜੇ ਸੂਬੇ ਦੇ ਵਿੱਚ ਜਾ ਕੇ ਆਪੋ ਆਪਣੀ ਉਪਜ ਵੇਚਦੇ ਨੇ। ਬਿਹਾਰ ਤੋਂ ਮੱਕੀ ਪੰਜਾਬ ਆ ਕੇ ਵਿਕਦੀ ਹੈ, ਪੰਜਾਬ ਦੀਆਂ ਸਬਜ਼ੀਆਂ ਹਿਮਾਚਲ ਹਰਿਆਣੇ ਦੇ ਦਾ ਫਰੂਟ ਸਾਰੇ ਹਿੰਦੁਸਤਾਨ ਚ ਵਿਕਦਾ ਹੈ। ਜਿਹੜਾ ਪੰਜਾਬ ਦਾ ਆਲੂ ਹੈ ਜਾ ਕੇ ਸਦਰਨ ਸਟੇਟ ਦੇ ਵਿੱਚ ਲੋਕਾਂ ਨੇ ਕੋਲਡ ਸਟੋਰ ਬਣਾ ਲਏ, ਉੱਥੇ ਜਾ ਕੇ ਵਿਕਦਾ ਹੈ। ਪੰਜਾਬ ਦਾ ਕਿੰਨੂ ਕਲਕੱਤੇ ਜਾ ਕੇ ਵਿਕਦਾ ਹੈ। ਕੋਈ ਪਾਬੰਦੀ ਨਹੀਂ ਕਿਸੇ ਵੀ ਚੀਜ਼ ਤੇ। ਇਹ ਝੂਠ ਬੋਲ ਕੇ ਕਾਨੂੰਨ ਬਣਾਇਆ ਗਿਆ, ਔਰ ਸਾਨੂੰ ਇਹ ਬੜੀ ਦੇਰ ਦਾ ਪਤਾ ਸੀ, ਕਿਉਂਕਿ CACP ਜਦੋਂ ਪਿਛਲੇ 2 ਸਾਲ ਤੋਂ ਲੱਗਿਆ ਹੋਇਆ, 3 ਸਾਲ ਤੋਂ ਰਿਪੋਰਟਾਂ ਕਰਨ ਬਈ ਸਾਨੂੰ ਜਿਹੜੀ ਪ੍ਰੋਕਿਊਰਮੈਂਟ ਪਾਲਿਸੀ ਹੈ ਉਹਦੇ ਚ ਬਦਲਾਅ ਲਿਆਉਣਾ ਚਾਹੀਦਾ। ਅਕਤੂਬਰ ਵਿੱਚ ਉਹਨੇ ਬੜਾ ਸਪਸ਼ਟ ਕਿਹਾ ਸੀ ਵੀ ਸਾਡੇ ਕੋਲ ਜੀ 333 ਲੱਖ ਟਨ ਅਨਾਜ ਫਾਲਤੂ ਹੈ, ਇਸ ਕਰਕੇ ਪੰਜਾਬ ਔਰ ਹਰਿਆਣੇ ਵਿੱਚ ਜਿਹੜੇ ਨੇ ਟੈਕਸ ਬਹੁਤ ਜ਼ਿਆਦਾ ਨੇ। ਇਹ ਸਾਨੂੰ ਕਿਸੇ ਕਾਰਪੋਰੇਟ ਹਾਊਸਿਸ ਨੂੰ 1 ਜਾਂ 2% ਟੈਕਸਾਂ ਤੇ ਖਰੀਦਣ ਦੀ ਖੁੱਲ੍ਹ ਦੇਣੀ ਚਾਹੀਦੀ ਹੈ, ਉਹਨਾਂ ਨੂੰ ਇਨਕਰੇਜ ਕਰਨਾ ਚਾਹੀਦਾ। ਉਹ ਇਹ ਤੋਂ ਹੀ ਸਪਸ਼ਟ ਹੋ ਗਿਆ ਸੀ। ਇਸ ਵਾਰੀ ਉਹਨੇ ਬੜਾ ਸਿੱਧਾ ਸਿੱਧਾ ਲਿਖਿਆ ਵੀ ਸਿਰਫ ਪੰਜਾਬ ਤੇ ਹਰਿਆਣੇ ਦੀ ਮੰਡੀ ਨੂੰ ਜਿਹੜਾ ਛੇਤੀ ਤੋੜਿਆ ਜਾਏ। ਤੋ ਇਹ ਤਾਂ ਤੈਅ ਸੀ ਕਿ ਇਹ ਮੰਡੀ ਤੋਂ MSP ਤੋਂ ਭੱਜਣਾ ਚਾਹੁੰਦੇ। ਅਗਲੀ ਗੱਲ ਜਿਹੜੀ ਤੁਸੀਂ ਕਹਿੰਦੇ ਹੁਣ ਬੜੀ ਸੁਣਦਾ ਸਥਿਤੀ, ਜਿਹੜਾ ਖੇਤੀ ਮੰਤਰੀ ਹੈ ਉਹ ਤਾਂ ਇਹ ਅਕਾਲੀਆਂ ਦੇ ਦਬਾਅ ਦਬੂ ਹੇਠ ਆ ਕੇ ਬਿਆਨ ਦੇਈ ਜਾਂਦਾ ਵੀ MSP ਰਹੂ। ਅੱਜ ਗਡਕਰੀ ਨੇ ਤਾਂ ਨੰਗਾ ਚਿੱਟਾ ਕਹਿ ਕੇ ਬਿੱਲੀ ਥੈਲੀਓਂ ਬਾਹਰ ਆ ਗਈ, ਸਭ ਕੁਝ ਸਪਸ਼ਟ ਕਰਤਾ ਜੋ MSP ਤੋਂ ਭੱਜਣ ਦੀ ਤਿਆਰੀ 'ਚ ਨੇ। ਔਰ ਇਹ ਸਰਾਸਰ ਝੂਠ ਹੈ ਵੀ ਸਾਡੇ ਇੱਥੇ ਗੋਦਾਮਾਂ ਦੇ ਵਿੱਚ ਅਨਾਜ ਫਾਲਤੂ ਪਿਆ। ਜਿਹੜਾ ਲੋਕਡਾਊਨ ਦੇ ਦੌਰਾਨ ਧੜਾ ਧੜੇ ਤੋਂ ਅਨਾਜ ਗਿਆ ਪੰਜਾਬ ਚੋਂ, ਬਾਕੀ ਸੂਬਿਆਂ ਚੋਂ ਸੜਾਕਾ ਵੱਜਿਆ, ਔਰ ਹੁਣ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਅਨਾਜ ਹੀ ਹੈ ਇੱਕ ਜਿਹਨੇ ਦੇਸ਼ ਨੂੰ ਬਚਾ ਕੇ ਰੱਖਿਆ। ਨਹੀਂ ਤੇ ਫੂਡ ਰਿਜ਼ੋਰਟਸ ਹੋ ਜਾਂਦੇ। तो मैं समझदा भी सरकार झूठ बोल रही है। रियलिटी ये है कि ਕਾਰਪੋਰੇਟ ਹਾਊਸਿਸ ਦਾ ਖੇਤੀ ਵਿੱਚ ਦਾਖਲਾ ਕਰਾ ਕੇ ਹੌਲੀ ਹੌਲੀ ਟੋਟਲ ਖੇਤੀ ਕਾਰਪੋਰੇਟ ਦੇ ਹਵਾਲੇ ਇੱਕ ਲੌਜਿਕ ਦਿੱਤਾ ਇਹਨਾਂ ਨੇ। ਰਾਜੇਵਾਲ ਸਾਹਿਬ, ਮੈਂ ਉਸ ਤੇ ਵਾਪਸ ਆਵਾਂਗੀ ਤੁਹਾਡੇ ਕੋਲ, ਤੁਸੀਂ ਬਣੇ ਰਹੋ। ਦੂਸਰੇ ਪਾਸੇ ਦਲਜੀਤ ਚੀਮਾ ਔਰ ਸਾਡੇ ਨਾਲ ਅਕਾਲੀ ਸੀਨੀਅਰ ਅਕਾਲੀ ਲੀਡਰ ਜਿਹੜੇ ਨੇ ਉਹ ਮੌਜੂਦ ਨੇ। ਚੀਮਾ ਸਾਹਿਬ, ਸਵਾਗਤ ਹੈ ਤੁਹਾਡਾ। ਔਰ ਜਾਨਣਾ ਚਾਹਾਂਗੇ ਜੋ ਬਿਆਨ ਆਇਆ ਇਹਨੇ ਹੜਕੰਪ ਮਚਾ ਦਿੱਤਾ। ਇਹ ਕਵਾਂ ਤਾਂ ਗਲਤ ਨਹੀਂ ਹੋਏਗਾ ਕਿਉਂਕਿ ਸਭ ਇਸ ਵੇਲੇ ਪਰੇਸ਼ਾਨ ਨੇ ਕਿ ਕੀ ਹੋ ਸਕਦਾ ਹੈ ਹੁਣ ਕਿਸਾਨੀ ਜਿਹੜੀ ਹੈ ਕਿੱਧਰ ਨੂੰ ਜਾਏਗੀ, ਖਾਸ ਤੌਰ ਤੇ ਪੰਜਾਬ ਔਰ ਹਰਿਆਣਾ ਦੀ। ਦੇਖੋ, ਸ਼੍ਰੋਮਣੀ ਅਕਾਲੀ ਦਲ ਦਾ ਬੜਾ ਸਪਸ਼ਟ ਸਟੈਂਡ ਹੈ ਜੀ। ਸਾਡੇ ਪ੍ਰਧਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਥੋੜੇ ਦਿਨ ਪਹਿਲਾਂ ਇਹਨੂੰ ਕਲੀਅਰ ਕੀਤਾ ਸੀ ਕਿ ਕਿਸੇ ਵੀ ਹਾਲਤ ਦੇ ਵਿੱਚ MSP ਜਿਹੜੀ ਹੈ ਉਹਨੂੰ ਅਸੀਂ ਖਤਮ ਨਹੀਂ ਹੋਣ ਦੇਵਾਂਗੇ। MSP ਔਰ ਜਿਹੜੀ ਪ੍ਰੋਕਿਊਰਮੈਂਟ ਤੋਂ ਬਿਨਾਂ ਕਿਸਾਨ ਜਿਹੜਾ ਉਹ ਬਚ ਨਹੀਂ ਸਕਦਾ। ਕਿਸਾਨੀ ਦੀ ਆਰਥਿਕਤਾ ਵਾਸਤੇ, ਉਹਨੂੰ ਬਚਾਉਣ ਵਾਸਤੇ MSP ਮਸਟ ਹੈ। ਅਸੀਂ ਕੈਬਨਿਟ ਦੇ ਵਿੱਚ ਵੀ ਜਿਸ ਦਿਨ ਆਰਡੀਨੈਂਸ ਪਾਸ ਹੋਇਆ ਸੀਗਾ ਉੱਥੇ ਵੀ ਪਹਿਰਾ ਦਿੱਤਾ ਸੀ। ਫਿਰ ਦੇਸ਼ ਦੇ ਜਿਹੜੇ ਹੈਗੇ ਖੇਤੀਬਾੜੀ ਮੰਤਰੀ ਉਹਨਾਂ ਨੇ ਕਲੀਅਰ ਪ੍ਰੈਸ ਕਾਨਫਰੰਸ ਕਰਕੇ 2 ਵਾਰੀ ਦੇਸ਼ ਦੇ ਕਿਸਾਨਾਂ ਨੂੰ ਭਰੋਸਾ ਵੀ ਦਿੱਤਾ। ਇਸ ਕਰਕੇ ਸਾਡਾ ਇਹ ਸਟੈਂਡ ਬਿਲਕੁਲ ਸਪਸ਼ਟ ਹੈ ਕਿ ਕਿਸੇ ਵੀ ਹਾਲਤ ਦੇ ਵਿੱਚ MSP ਨਾ ਅਸੀਂ ਖਤਮ ਹੋਣ ਦਿਆਂਗੇ। MSP ਕੱਲ ਵੀ ਸੀ, ਮੰਤਰੀ ਜੀ ਨੇ ਕਿਹਾ ਵੀ ਅੱਜ ਵੀ ਅੱਗੇ ਵੀ ਰਹੇ। ਚੀਮਾ ਸਾਹਿਬ, ਇਹ ਬਿਆਨ ਨੂੰ ਕਿਸ ਤਰ੍ਹਾਂ ਨਾਲ ਲਿਆ ਜਾਵੇ? ਗਡਕਰੀ ਸਾਹਿਬ ਨੇ ਤਾਂ ਬਿਆਨ ਦੇ ਕੇ ਮਤਲਬ ਹੁਣ ਵੀ ਰਾਜੇਵਾਲ ਹੋਰੀ ਜੁੜੇ ਹੋਏ ਨੇ ਸਾਡੇ ਨਾਲ, ਉਹ ਵੀ ਕਹਿ ਰਹੇ ਨੇ ਕਿ ਇੱਕ ਜਿਹੜਾ ਖੇਤੀਬਾੜੀ ਮੰਤਰੀ ਤੋਂ ਦਬਾਅ ਹੇਠ ਜਿਹੜੇ ਨੇ ਉਹ ਆਪਣਾ ਬਿਆਨ ਦੇ ਰਹੇ ਨੇ ਕਿ MSP ਨੂੰ ਨਹੀਂ ਹਿਲਾਵਾਂਗੇ। ਪਰ ਕਿਤੇ ਨਾ ਕਿਤੇ ਗਡਕਰੀ ਸਾਹਿਬ ਨੇ ਸਾਫ਼ ਕਰ ਦਿੱਤਾ। ਔਰ ਸਿੱਧੀ ਗੱਲ, ਜੋ ਕੇਂਦਰ ਬਾਰ-ਬਾਰ ਝੂਠ ਬੋਲ ਰਹੀ ਹੈ, ਇਹ ਇਲਜ਼ਾਮ ਵੀ ਲੱਗ ਰਹੇ ਨੇ। ਕੀ ਕਹੋਗੇ ਹੁਣ ਕਿਸ ਤਰ੍ਹਾਂ ਦੇ ਨਾਲ ਆਪਣਾ ਸਟੈਂਡ ਤੁਸੀਂ? ਹਾਂਜੀ, ਸਮਝਦਾ ਕਿ ਉਹਨਾਂ ਦਾ ਆਪਣੀ ਨਿੱਜੀ ਰਾਏ ਗਡਕਰੀ ਸਾਹਿਬ ਦੀ ਹੋ ਸਕਦੀ ਹੈ। ਅੱਛਾ, ਇਸ ਤੇ ਕੋਈ ਅਸਰ ਨਹੀਂ ਹੋਏਗਾ। ਸਰਕਾਰ ਦਾ ਜਿਹੜਾ ਆਫੀਸ਼ੀਅਲ ਸਟੇਟਮੈਂਟ ਹੈ, ਜਦੋਂ ਖੇਤੀਬਾੜੀ ਮੰਤਰੀ ਪ੍ਰੈਸ ਕਾਨਫਰੰਸ ਕਰਕੇ 2 ਵਾਰੀ ਸਾਡੇ ਨਾਲ ਨਹੀਂ ਗੱਲ ਹੋਈ, ਤੁਹਾਡੇ ਮੀਡੀਆ ਨਾਲ ਹੀ ਗੱਲ ਹੋਈ। ਹਾਂਜੀ, ਖੁੱਲ੍ਹ ਕੇ ਮੀਡੀਆ ਨੇ ਕੁਐਸਚਨ ਕੀਤੇ ਔਰ ਸਾਰਾ ਉਹਨਾਂ ਨੇ ਕਲੀਅਰ ਕੀਤਾ।
ਇਸ ਕਰਕੇ ਵੱਖਰਾ ਵਿਚਾਰ ਉਹਨਾਂ ਨੂੰ ਨਹੀਂ ਦੇਣਾ ਚਾਹੀਦਾ ਸੀ। ਲੇਕਿਨ ਜੇ ਉਹਨਾਂ ਨੇ ਵਿਅਕਤ ਕੀਤਾ ਤਾਂ ਉਹਨਾਂ ਦਾ ਨਿੱਜੀ ਆਪਣਾ ਵਿਚਾਰ ਹੋ ਸਕਦਾ ਹੈ। ਸਾਡੇ ਮੰਤਰੀ ਬੀਬਾ ਸਿਮਰਤ ਕੌਰ ਬਾਦਲ ਨੇ ਇੰਨਾ ਠੋਕ ਵਜਾ ਕੇ ਆਪਣੇ ਇੰਟਰਵਿਊ ਵਿੱਚ ਕਿਹਾ ਕਿ ਮੈਂ ਉੱਥੇ ਬੈਠੀ ਹਾਂ ਇਸੇ ਗੱਲ ਤੋਂ ਪਹਿਲਾ ਦਿਨ ਵਾਸਤੇ। ਅੱਛਾ, ਠੀਕ ਹੈ ਰਾਜੇਵਾਲ ਸਾਹਿਬ। ਹਾਂਜੀ, ਅਸੀਂ ਬਿਲਕੁਲ ਸਪਸ਼ਟ ਹਾਂ, ਇਸ ਗੱਲ ਤੇ ਕੋਈ ਸਮਝੌਤਾ ਨਹੀਂ, ਕਿਸੇ ਤਰ੍ਹਾਂ ਦਾ ਵੀ ਉਲਟ ਵੀ ਸਮਝੌਤਾ ਨਹੀਂ। ਠੀਕ ਹੈ ਰਾਜੇਵਾਲ ਸਾਹਿਬ, ਤੁਸੀਂ ਕਿਸਾਨੀ ਦੀ ਇਸ ਕਰਕੇ ਇਹਦੇ ਤੇ ਅਸੀਂ ਡਟ ਕੇ ਪਹਿਰਾ ਦਿਆਂਗੇ ਜੀ। ਠੀਕ ਹੈ ਚੀਮਾ ਸਾਹਿਬ, ਉਮੀਦ ਹੈਗੀ ਹੈ ਹੁਣ ਵੀ ਕਿਸਾਨਾਂ ਨੂੰ ਕਿ ਅਗਰ ਜੋ ਕਿਹਾ ਜਾ ਰਿਹਾ ਉਸ ਤੇ ਹੀ ਅਗਰ ਡਟੀ ਹੋਈ ਅਕਾਲੀ ਦਲ ਤਾਂ ਹੋ ਸਕਦਾ ਕੁਝ ਉਮੀਦ ਜਿਹੜੀ ਆ ਬੰਨੀ ਰਵੇ। ਬਹੁਤ ਬਹੁਤ ਧੰਨਵਾਦ ਚੀਮਾ ਸਾਹਿਬ ਤੁਹਾਡਾ ਜੁੜਨ ਦੇ ਲਈ। ਸੋ ਰਾਜੇਵਾਲ ਸਾਡੇ ਨਾਲ ਲਗਾਤਾਰ ਬਣੇ ਹੋਏ ਨੇ। ਜੀ ਰਾਜੇਵਾਲ ਸਾਹਿਬ, ਅਗਰ ਗੱਲ ਕਰੀਏ ਤਾਂ ਇਹ ਕਹਿ ਰਹੇ ਨੇ, ਅਗਰ ਅਕਾਲੀ ਦਲ ਦੀ ਖਾਸ ਤੌਰ ਤੇ ਗੱਲ ਕਰਦੇ ਉਹਨਾਂ ਦਾ ਕਹਿਣਾ ਹੈ ਸਾਡਾ ਅਸੀਂ ਸੈਂਟਰ ਵਿੱਚ ਤਾਈਓ ਬੈਠੇ ਹਾਂ, ਹਰਸਿਮਰਤ ਕੌਰ ਬਾਦਲ ਬੀਬਾ ਬੈਠੇ ਨੇ ਔਰ ਸਟੈਂਡ ਸਪਸ਼ਟ ਹੈ। ਤਾਂ ਸਪਸ਼ਟ ਹੈ ਮਤਲਬ ਕੀ ਕਹੋਗੇ? ਮੈਨੂੰ ਬੀਬਾ ਜੀ ਇੱਕ ਗੱਲ ਦੱਸਿਓ, ਮੈਨੂੰ ਤਾਂ ਅਫਸੋਸ ਹੁੰਦਾ ਹੈ ਵੀ ਇਹ ਉਹ ਪਾਰਟੀ ਹੈ ਜਿਹੜੀ ਜਿਹਨੇ ਵੱਧ ਅਧਿਕਾਰਾਂ ਦਾ ਬੜਾ ਠੇਕਾ ਲਈ ਰੱਖਿਆ ਹੈ ਔਰ ਅਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ। ਤਿੰਨੇ ਇਸ਼ੂਜ਼ ਨੇ, ਐਜੂਕੇਸ਼ਨ, ਹੈਲਥ ਤੇ ਐਗਰੀਕਲਚਰ, ਤਿੰਨੇ ਸਟੇਟ ਸਬਜੈਕਟ ਨੇ। ਮੈਂ ਤਾਂ ਪਿਛਲੇ ਦਿਨ ਇੱਕ ਚਿੱਠੀ ਲਿਖੀ ਸੀ ਚੀਫ ਮਿਨਿਸਟਰ ਨੂੰ ਵੀ ਬਹੁਤ ਅਫਸੋਸਨਾਕ ਪਹਿਲੂ ਹੈ ਵੀ ਸਾਡੀਆਂ ਸਰਕਾਰਾਂ ਇੰਨੀਆਂ ਕਮਜ਼ੋਰ ਰਹੀਆਂ। ਪਹਿਲਾਂ ਐਜੂਕੇਸ਼ਨ ਉਹਨਾਂ ਦੇ ਹਵਾਲੇ ਕੀਤੀ, ਫਿਰ ਹੈਲਥ ਕੀਤੀ, ਅੱਜ ਅਸੀਂ ਉਹਨਾਂ ਦੇ ਹੱਥਾਂ ਵੱਲ ਦੇਖਦੇ ਹਾਂ। ਹੁਣ ਰਹਿੰਦੀ ਸੀ ਐਗਰੀਕਲਚਰ, ਇਹਦੇ ਤੇ ਵੀ ਉਹਨਾਂ ਨੇ ਅਟੈਕ ਕਰਤਾ। ਤੁਹਾਡੀ ਮੰਡੀ ਜਿਹੜੀ ਆ ਉਹਦਾ ਦਾਇਰਾ ਜਿਹੜਾ ਮੰਡੀ ਦਾ ਜਿਹੜਾ ਯਾਰਡ ਆ ਉਹਦੇ ਤੱਕ ਨਿਯਤ ਕਰਤਾ, ਜਿਹਦੇ ਚੋਂ ਦਖਲ ਦੇ ਨਹੀਂ ਸਕਦੇ ਕਿਉਂਕਿ ਤੁਸੀਂ ਕਮਜ਼ੋਰ ਹੋ ਤਾਂ ਇਹ ਦਿੰਦੇ ਨੇ। ਹੁਣ ਤੁਸੀਂ ਤਾਂ ਸਿਰਫ ਮਿਊਨਿਸਪੈਲਿਟੀਆਂ ਤੇ ਰਾਜ ਕਰਨ ਜੋਗੇ ਰਹਿ ਗਏ ਆ, ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਤੇ ਜੋਗੇ ਰਹਿ ਗਏ। ਇਸ ਤੋਂ ਬਾਅਦ ਤੁਹਾਡੇ ਕੋਲ ਕੁਝ ਨਹੀਂ ਰਿਹਾ ਔਰ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਇਨ ਦੀ ਲੌਂਗ ਰਨ ਹੋਏਗਾ। ਸਰਕਾਰ ਦੀ ਹਰ ਮੁਮਕਿਨ ਕੋਸ਼ਿਸ਼ ਹੈ ਵੀ ਛੇਤੀ ਤੋਂ ਛੇਤੀ ਸੀ ਕਾਰਪੋਰੇਟ ਘਰਾਣਿਆਂ ਨੂੰ। ਇਹ ਤੋਂ ਵੱਧ ਸਬੂਤ ਕੀ ਹੋਊਗਾ ਜੀ? ਉਹਨਾਂ ਨੂੰ ਜਿਹੜਾ ਨਵਾਂ ਕਾਨੂੰਨ ਬਣਾਇਆ ਉਹਦੇ ਵਿੱਚ ਬਿਨਾਂ ਟੈਕਸ ਤੇ ਖਰੀਦਣ ਦੀ ਇਜਾਜ਼ਤ ਦੇ ਦਿੱਤੀ ਤੇ ਅੱਜ ਉਹ ਮੰਡੀ ਦੇ ਵਿੱਚੋਂ ਪਹਿਲਾਂ ਜਿਹੜੀ ਪੁਰਾਣੀ ਮੰਡੀ ਆਪਣੇ ਕੰਪੀਟੀਟਰ ਨੂੰ ਮਾਰਨ ਵਾਸਤੇ ਖਾਸਾ ਹੈ, ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਉਹ ਪਹਿਲਾਂ ਤਿਆਰ ਹੋ ਕੇ ਆਉਂਦੀਆਂ ਵੀ ਆਪਣਾ ਕੰਪੀਟੀਟਰ ਮਾਰਨਾ, ਉਹ ਹੁਣ ਬਾਹਰ ਆ ਕੇ ਉਹਨਾਂ ਨੇ ਕੋਈ ਟੈਕਸ ਦੇਣਾ ਨਹੀਂ, 4% 3% ਕਹਿ ਦੇਣਗੇ ਕਿਸਾਨ ਨੂੰ ਵੀ ਸਾਡੇ ਕੋਲੋਂ ਤੈਨੂੰ ਅਸੀਂ ਫਾਲਤੂ ਦਿੰਦੇ ਹਾਂ। ਤੇ ਜਦੋਂ ਮੰਡੀ ਵਾਲੇ ਸਵਾ ਘੜੇਟ ਜਾਣਗੇ ਉਹਦੇ ਬਾਅਦ ਫਿਰ ਉਹ 135 ਲੱਖ ਟਨ ਕਣਕ ਤੇ 180 ਲੱਖ ਟਨ ਝੋਨਾ ਕਿਹਨੇ ਖਰੀਦਣਾ? ਜਿਹੜੇ ਕਹਿੰਦੇ ਨੇ ਸਾਡੇ ਗੋਦਾਮ ਭਰੇ ਪਏ ਨੇ ਔਰ ਇਹ ਵੀ ਝੂਠ ਬੋਲਦੇ ਨੇ। ਔਰ ਇਹ ਵੀ ਗਡਕਰੀ ਸਾਹਿਬ ਨੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਕਹਿ ਕੇ ਵੀ ਜੀ ਇਹਦਾ ਅਰਥਚਾਰੇ ਤੇ ਮਾੜਾ ਅਸਰ ਪੈਂਦਾ ਬਾਹਰ। ਪਰ ਰਾਜੇਵਾਲ ਸਾਹਿਬ, ਦਲਜੀਤ ਚੀਮਾ ਵੀ ਕਹਿ ਰਹੇ ਨੇ ਕਿ ਉਹਨਾਂ ਦੀ ਨਿੱਜੀ ਰਾਏ ਹੈ। ਨਹੀਂ ਮੈਮ, ਇਹ ਤਾਂ ਅਕਾਲੀ ਵੀਰ ਕਹਿ ਰਹੇ ਨੇ ਨਿੱਜੀ ਰਾਏ ਹੈ, ਗਡਕਰੀ ਸਾਹਿਬ ਦੀ ਨਿੱਜੀ ਰਾਏ ਨਹੀਂ। ਐਡਾ ਸੀਨੀਅਰ ਮੰਤਰੀ ਜਿਹੜਾ ਪ੍ਰਾਈਮ ਮਿਨਿਸਟਰ ਤੋਂ 2 ਨੰਬਰ ਦਾ ਮੰਤਰੀ, ਕਿਸੇ ਵੇਲੇ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਸੀ, ਉਹ ਏਦਾਂ ਦੀ ਗੱਲ ਕਹੇ, ਇਹਨੂੰ ਕਿਵੇਂ ਤੁਸੀਂ ਪੁੰਜੇ ਸੁੱਟ ਦਿਓਗੇ? ਐਵੇਂ ਨਹੀਂ ਇਹ ਗੱਲ ਹਜ਼ਮ ਹੁੰਦੀ। ਅਸਲੀਅਤ ਇਹੀ ਹੈ ਵੀ ਉਹ ਤਿਆਰੀ 'ਚ ਨੇ ਭੱਜਣ ਨੂੰ। ਕੋਈ ਅੱਜ ਸਮਝ ਲੈ, ਕੋਈ ਕੱਲ ਸਮਝ ਲੈ, ਜਾਂ ਤਾਂ ਲੋਕਾਂ ਦੇ ਦਬਾਅ ਹੇਠ ਸਮਝੂਗਾ, ਜਾਂ ਜੇ ਪਰਮਾਤਮਾ ਨੇ ਸੁਧ ਬੁੱਧੀ ਦਿੱਤੀ ਹੈ ਤਾਂ ਉਹ ਹੁਣੇ ਸਮਝ ਜਾਣਗੇ। ਔਰ ਇਹ ਬਹੁਤ ਹੀ ਜਿਹੜਾ ਬਹੁਤ ਗੰਭੀਰ ਮੁੱਦਾ ਹੈ ਕਿਸਾਨਾਂ ਦੀ ਹੋਂਦ ਦਾ। ਇਕੱਲੇ ਕਿਸਾਨਾਂ ਦਾ ਨਹੀਂ, ਤੁਸੀਂ ਮੈਨੂੰ ਇੱਕ ਦੱਸਿਓ, ਅਸੀਂ ਪੰਜਾਬ ਵਿੱਚ ਸਾਰੇ ਜਿਹੜੇ ਕਿਸਾਨ ਨੇ ਕਣਕ, ਝੋਨਾ, ਨਰਮਾ, ਗੰਨਾ, ਸਬਜ਼ੀਆਂ, ਫਲ ਤਕਰੀਬਨ 1 ਸਾਲ 'ਚ 1 ਲੱਖ ਕਰੋੜ ਦੀਆਂ ਵੇਚਦੇ ਹਾਂ। ਜੇ ਇੱਥੇ MSP ਨਾ ਹੋਈ, ਖਰੀਦਦਾਰ ਕੋਈ ਨਾ ਰਿਹਾ, ਇਹ ਕਾਰਪੋਰੇਟ ਦੇ ਵਸਤ ਹੈਗੇ, ਇਹ ਅੱਧ ਰਹਿ ਜਾਣਾ। ਇਹਦੇ ਨਾਲ ਸਾਡੀ ਟੋਟਲ ਇਕਨੋਮੀ, ਬਾਜ਼ਾਰ ਸਾਰਾ ਡੁੱਬ ਜਾਣਾ। ਇੱਥੇ ਜਦੋਂ ਇਹ ਮੰਡੀ ਟੁੱਟੀ ਤਾਂ ਕੋਈ ਲੱਖਾਂ ਦੀ ਤਾਦਾਦ ਵਿੱਚ ਮੰਡੀ ਬੋਰਡ ਦੇ ਮੁਲਾਜ਼ਮਾਂ ਦੀ ਛੁੱਟੀ, ਲੱਖਾਂ ਦੀ ਤਾਦਾਦ ਚ ਮੁਨੀਮਾਂ ਦੀ, ਲੇਬਰ ਦੀ, ਸਭ ਦੀ ਛੁੱਟੀ ਹੋਣੀ, ਅਨਐਮਪਲੋਇਮੈਂਟ ਜਨਰੇਟ ਹੋਣੀ ਹੈ। ਇਹ ਗੱਲਾਂ ਕਰੀ ਜਾਂਦੇ ਆ ਐਵੇਂ ਆਪਣੇ ਆਪ ਨੂੰ ਧਰਵਾਸ ਦੇਣ ਲਈ, ਨਹੀਂ ਕੁਝ ਹੋਏਗਾ। ਠੀਕ ਹੈ ਰਾਜੇਵਾਲ ਸਾਹਿਬ, ਕਰ ਲਈ ਸਮੇਂ ਦੀ ਘਾਟ ਹੈ। ਧੰਨਵਾਦ, ਸ਼ੁਕਰੀਆ, ਮਾਫੀ ਵੀ ਚਾਹਾਂਗੇ।